ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਹਿ ਰਾਸ ਦੇ ਆਪਾਂ ਬਚਨ ਲਈਏ ਸਤਿਗੁਰਾਂ ਦੇ। ਰਹਿ ਰਸ ਤੋਂ ਭਾਵ ਉਹਦੇ ਭਾਣੇ 'ਚ ਰਹਿਣਾ। ਜਦੋਂ ਮਨ ਭਾਣੇ 'ਚ ਆ ਜਾਂਦਾ ਹੈ, ਉਸ ਅਵਸਥਾ ਵਿੱਚ ਆ ਕੇ ਬਾਣੀ ਸਮਝ ਆਉਂਦੀ ਹੈ, ਉਹਨੂੰ ਰਹਿ ਰਸ ਆਖਿਆ। ਜਿਹੜਾ ਗੁਰਸਿੱਖ ਸ਼ਬਦ ਦੀ ਕਮਾਈ ਕਰਕੇ ਇਹ ਪੌੜੀਆਂ ਚੜ੍ਹ ਜਾਂਦਾ ਹੈ, ਉਹਨੂੰ ਸਾਰੀ ਇਹ ਖੇਲ ਸਮਝ ਆਉਂਦੀ ਹੈ। ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲ ਕੇ ਪਹਿਲਾਂ ਤੋਂ ਆਪ ਸਮਝਦਾ ਵਾ, ਫਿਰ ਅੱਗੇ ਸਮਝਾਉਂਦਾ। ਉਹੀ ਸਤਿਗੁਰਾਂ ਦੇ ਵਚਨ ਨੇ, ਆਪ ਜਪੇ ਅਵਰੇ ਨਾਮ ਜਪਾਵੇ। ਨਾਮ ਦੀ ਗੱਲ ਹੈ, ਇੱਥੇ ਨਾਮ ਬਾਰੇ ਸਮਝਾਉਂਦਾ। ਨਾਮ ਇੱਕ ਬਹੁਤ ਵੱਡੀ ਸ਼ਕਤੀ ਹੈ। ਨਾਮੇ ਹੀ ਉਤਪਤ ਨਾਮੇ ਹੀ ਪਰਲੋ। ਨਾਮ ਨਾਲ ਸ੍ਰਿਸ਼ਟੀ ਪੈਦਾ ਹੁੰਦੀ ਹੈ, ਭਾਵ ਹੁਕਮ ਨਾਲ। ਨਾਮ ਨਹੀਂ ਸਮਾਪਤੀ ਹੁੰਦੀ ਹੈ। ਨਾਮ ਦੀ ਪ੍ਰਾਪਤੀ ਖਾਤਰ ਹੀ ਇਹ ਜੀਵ ਆਇਆ ਵਾ। ਬਿਨ ਤੁਧ ਜੇ ਹੋਰ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇ ਨਾਮ ਸੰਤੋਖੀਏ। ਉਤਰੇ ਮਨ ਕੀ ਭੁੱਖ। ਮਨ ਦੀ ਭੁੱਖ ਤਾਂ ਨਾਮ ਹੈ, ਪਰ ਸਾਨੂੰ ਸੱਚ ਦਾ ਗਿਆਨ ਨਾ ਹੋਣ ਕਰਕੇ ਅਸੀਂ ਮਾਇਆ 'ਚ ਫਸੇ ਰਹਿ ਜਾਂਦੇ ਹਾਂ। ਬਿਰਧ ਪਿਓ ਸੂਝੇ ਨਹੀਂ, ਕਾਲ ਪਹੁੰਚੇ ਆਉਣ ਜਦੋਂ ਸਮਾਂ ਆ ਜਾਂਦਾ, ਕਾਲ ਫਿਰ ਲੈ ਜਾਂਦਾ, ਫਿਰ ਜੀਵ ਜੰਮਣ ਮਾਰ ਨੂੰ ਚਲੇ ਜਾਂਦਾ। 84 ਲੱਖ ਜੌਨ ਉਪਾਈ ਮਾਂ ਨੂੰ ਕੋਦੀ ਵੜਿਆਈ। ਲਾਸਟ ਪੌੜੀ ਹੈ ਭਾਈ। ਆਪਾਂ ਇਹ ਨਾਮ ਦੀ ਪ੍ਰਾਪਤੀ ਕਰਨੀ ਹੈ। ਇਹ ਗੁਰਬਾਣੀ ਤੋਂ ਬਿਨਾਂ ਤਾਂ ਹੋਣੀ ਨਹੀਂ ਹੈਗੀ। ਗੁਰਬਾਣੀ ਨੂੰ ਸੱਤ ਕਰਕੇ ਮੰਨਣਾ ਪਊਗਾ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖ। ਗੁਰਸਿੱਖ ਹੁੰਦੇ ਨੇ ਜਿਹੜੇ ਗੁਰੂ ਦੇ ਭਾਣੇ 'ਚ ਰਹਿੰਦੇ ਨੇ, ਬਾਣੀ ਨੂੰ ਸਤ ਕਰਕੇ ਮੰਨਦੇ ਨੇ। ਇਹ ਸਤਿਗੁਰ ਦੀ ਬਾਣੀ ਹੈ। ਸਤਿਗੁਰ ਦਾ ਦਰਸ਼ਨ ਕਰਨਾ ਹੈ, ਆਤਮਾ ਨੇ ਪ੍ਰਾਤਮਾ ਦਾ ਦਰਸ਼ਨ ਕਰਨਾ ਹੈ। ਉਸ ਤੋਂ ਬਾਅਦ ਫਿਰ ਨਾਮ ਦੀ ਭਗਤੀ ਸ਼ੁਰੂ ਹੋਣੀ। ਦੇਵ ਲੋਕ ਹਰਦੁਆਰ ਵੀ ਕਿਹਾ ਬਾਣੀ ਵਿੱਚ, 10ਵਾਂ ਦੁਆਰ ਵੀ ਕਿਹਾ। ਮਨ ਨੂੰ ਹਰ ਮੰਦਰ ਬਣਾਉਣਾ ਹੈ। ਬਾਬਾ ਫਰੀਦ ਦਾ ਆਪਾਂ ਸਲੋਕ ਲਈਏ, ਫਰੀਦਾ ਲੋੜੇ ਦਾਖ ਬਿਜੋਰੀਆਂ, ਕਿੱਕਰ ਬੀਜੇ ਜੱਟ, ਹੰਡੇ ਹੁਣ ਕਤਾਈਂਦਾ ਪੈਂਦਾ ਲੋੜੇ ਪੱਟ। ਕਲਪਨਾ ਅਸੀਂ ਬੀਜਦੇ ਹਾਂ ਅੰਦਰ। ਇਹ ਜਿਹੜੇ ਕੰਡੇ ਕਲਪਨਾ ਦੀਆਂ ਜੜ੍ਹਾਂ ਇਹ ਪੱਟਣੀਆਂ ਨੇ ਵਿਕਾਰਾਂ ਦੀਆਂ। ਇਹ ਸੱਚ ਦੇ ਗਿਆਨ ਤੋਂ ਬਿਨਾਂ ਕਿਵੇਂ ਪੱਟੀਆਂ ਜਾਣਗੀਆਂ। ਆਪਦੀ ਮਤ ਨਾਲ ਤਾਂ ਅਸੀਂ ਦੁਖੀ ਹੁੰਦੇ ਹਾਂ, ਗੁਰ ਕੀ ਮਤ ਲੈਣੀ ਹੈ ਇੱਥੋਂ ਅਸੀਂ। ਹੁਣ ਸਤਿਗੁਰਾਂ ਦੇ ਵਚਨ ਨੇ ਸੁਖਣੀ ਸਾਹਿਬ ਦੇ, ਗੁਰ ਕੀ ਮਤੂ ਲਿਹੋ ਆਣੇ, ਭਗਤੀ ਬਿਨਾ ਵੈ ਡੂਬੇ ਸਿਆਣੇ। ਜਿੰਨੇ ਵੀ ਤੁਸੀਂ ਦੇਖ ਰਹੇ ਹੋ ਸਿਆਣੇ ਵੱਡੇ ਵੱਡੇ, ਭਗਤੀ ਤੋਂ ਬਿਨਾਂ ਡੁੱਬ ਗਏ। ਭਗਤੀ ਕੀ ਹੈ? ਭਗਤੀ ਹੈ ਭਾਣੇ 'ਚ ਰਹਿਣਾ, ਬਾਣੀ ਨੂੰ ਸੱਤ ਕਰਕੇ ਮੰਨਣਾ। ਜੋ ਕੁਛ ਸੰਸਾਰ 'ਚ ਹੋ ਰਿਹਾ ਹੈ, ਉਹ ਹੁਕਮ 'ਚ ਤਾਂ ਹੋ ਰਿਹਾ ਵਾ। ਮਨ ਮੰਨਦਾ ਨਹੀਂ, ਮਨ ਨੂੰ ਸਮਝਾਉਣਾ ਹੈ। ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗਿਆਨ ਨਾਲ ਇਹ ਮਨ ਬੰਨਿਆ ਜਾਣਾ ਹੈ। ਇਹ ਮਨ ਨੂੰ ਬਸ ਕਰਨ ਦੀ ਵਿਧੀ ਹੈ। ਮਨ ਬਸ ਆਵੇ ਨਾਨਕਾ, ਇਹ ਪੂਰਨ ਕਿਰਪਾ ਹੋਏ। ਪੂਰਨ ਕਿਰਪਾ ਲੈਣੀ ਹੈ, ਦਾਤੇ ਦੀ ਰਹਿਮਤ ਲੈਣੀ ਹੈ, ਫਿਰ ਮਨ ਨੇ ਟਿਕਣਾ, ਫਿਰ ਸਾਡੀ ਭਗਤੀ ਸ਼ੁਰੂ ਹੋਣੀ। ਜਦੋਂ ਮਨ ਟਿਕ ਜਾਂਦਾ, ਥਿਰ ਕਰ ਵੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਸ ਵਾਰੀ, ਇੱਕ ਹੋ ਜਾਂਦੇ ਨੇ। ਫਿਰ ਇਹਦੀ ਭਗਤੀ ਜਿਹੜੀ ਹੈਗੀ ਹੈ, ਨਾਮ ਦੀ ਹੁਕਮ ਸਮਾਉਣ ਦੀ ਸ਼ੁਰੂ ਹੁੰਦੀ ਆ। ਪਿੱਛੇ ਵੀ ਵਿਚਾਰ ਕੀਤੀ ਸੀ ਆਪਾਂ, ਚਾਰ ਪਦਾਰਥ ਜੇ ਕੋ ਮੰਗੇ, ਸਾਧ ਜਨਾ ਕੀ ਸੇਵਾ ਲਾਗੇ। ਚਾਰ ਪਦਾਰਥ ਆਪਾਂ ਲੈਣੇ ਨੇ। ਇਹ ਸਾਧ ਜਨਾਂ ਦੀ ਬਾਣੀ ਹੈ, ਪ੍ਰਗਟ ਰੂਪ ਉਹਨਾਂ ਨੇ ਆਪਾਂ ਨੂੰ ਦਿੱਤਾ ਹੈ। ਆਪਾਂ ਇਹਨੂੰ ਵਿਚਾਰ ਕੇ ਗੁਰਸ਼ਬਦ ਦੀ ਕਮਾਈ ਕਰਕੇ ਇਹ ਪਦਾਰਥਾਂ ਦੀ ਪ੍ਰਾਪਤੀ ਕਰਨੀ ਹੈ। ਪਹਿਲਾ ਪਦਾਰਥ ਸਾਨੂੰ ਗਿਆਨ ਮਿਲਣਾ ਹੈ। ਗੁਰਸ਼ਬਦ ਦੀ ਵਿਚਾਰ 'ਚੋਂ ਸਾਨੂੰ ਪਹਿਲਾ ਪਦਾਰਥ ਗਿਆਨ ਮਿਲਦਾ। ਗੁਰ ਗਿਆਨ ਪਦਾਰਥ ਨਾਮ ਹੈ, ਹਰ ਨਾਮੋਂ ਦੇ ਦ੍ਰਿੜਾਏ। ਹਰ ਦਾ ਨਾਮ ਹੈ ਬਾਣੀ, ਹਰ ਦਾ ਗਿਆਨ ਹੈ, ਹਰ 'ਚ ਸਮਾਉਣ ਦਾ, ਹਰ ਦੇ ਦਰਸ਼ਨ ਦਾ, ਹਰ ਦੀ ਕਥਾ ਇਹ ਬਾਣੀ। ਸਭ ਤੋਂ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰ ਦੁੱਖ ਲੱਥਾ। ਜਿਹੜੇ ਸੁਣਨਗੇ ਅਮਰ ਹੋ ਜਾਣਗੇ। ਇਹਨੂੰ ਸੁਣਦੇ ਵਿਚਾਰਦੇ ਰਹਿਣਾ, ਕਾਲ ਤੋਂ ਛੁਟਕਾਰਾ। ਹਰ ਹਰ ਨਾਮ ਜਪੰਤਿਆਂ, ਕਿਛ ਨਾ ਕਹੇ ਜਮਕਾਲ, ਨਾਨਕ ਮਨ ਤਨ ਸੁਖੀ ਹੋਏ। ਅੰਤੇ ਮਿਲੇ ਗੋਪਾਲ। ਗੋਪਾਲ ਦਾ ਦਰਸ਼ਨ ਵੀ ਹੋ ਜਾਂਦਾ ਹੈ ਅਤੇ ਸਾਡਾ ਸੰਸਾਰ 'ਤੇ ਆਉਣਾ ਵੀ ਸਫਲ ਹੋ ਜਾਂਦਾ। ਪਿੱਛੇ ਆਪਾਂ ਪੜ੍ਹਿਆ ਸੀ, ਪ੍ਰਭ ਕੇ ਸਿਮਰਨ ਹੋਏ ਸੋ ਭਲਾ, ਪ੍ਰਭ ਕੇ ਸਿਮਰਨ ਸਫਲ ਫਲਾ। ਸੰਸਾਰ 'ਤੇ ਆਉਣਾ
ਸਫਲ ਹੋ ਜਾਂਦਾ, ਇਹਨੂੰ ਨਾ ਪਦਾਰਥ ਮਿਲ ਜਾਂਦਾ, ਫਲ ਮਿਲ ਜਾਂਦਾ ਵਾ। ਕੋਈ ਸਤਿਗੁਰ ਸਮਝਾਉਂਦੇ ਨੇ ਪਹਿਲਾ ਪਦਾਰਥ ਸਾਨੂੰ ਗਿਆਨ ਮਿਲਦਾ, ਫਿਰ ਗਿਆਨ ਦੇ ਨਾਲ ਮਨ ਚੁੱਪ ਕਰ ਜਾਂਦਾ, ਮੁਕਤ ਪਦਾਰਥ ਮਿਲ ਜਾਂਦਾ। ਮੁਕਤ ਪਦਾਰਥ ਤੋਂ ਭਾਵ ਮਨ ਟਿਕ ਜਾਂਦਾ ਹੈ, ਮਨ ਆਪਦਾ ਰਾਗ ਛੱਡ ਜਾਂਦਾ ਹੈ, ਵੈਰਾਗ ਹੋ ਜਾਂਦਾ ਹੈ। ਬੇਰਾਗ ਤੋਂ ਭਾਵ ਰਾਗ ਤੋਂ ਰਹਿਤ, ਇੱਛਾ ਤੋਂ ਰਹਿਤ, ਉਹ ਦੂਆ ਪਦਾਰਥ ਹੈ, ਮੁਕਤੀ ਮਿਲ ਜਾਂਦੀ ਹੈ। ਫਿਰ ਇਹਦੀ ਨਾਮ ਦੀ ਭਗਤੀ ਸ਼ੁਰੂ ਹੁੰਦੀ ਹੈ, ਫਿਰ ਇਹ ਹੁਕਮ ਦੇ ਵਿੱਚ ਸਮਾਉਂਦਾ ਵਾ। ਹੁਕਮ ਹੀ ਤਾਂ ਨਾਮ ਹੈ। ਸਾਧ ਸੰਗਤ ਕੈਸੇ ਜਾਣੀਏ, ਜਿੱਥੇ ਇੱਕੋ ਨਾਮ ਬਖਾਣੀਏ, ਇੱਕੋ ਨਾਮ ਹੁਕਮ ਹੈ, ਸਤਿਗੁਰ ਦੀ ਆਵਜਾਈ ਜੀ। ਬਾਣੀ ਤੋਂ ਹੀ ਪਤਾ ਲੱਗਦਾ ਸਾਨੂੰ, ਗੁਰੂ ਭਗਤਾਂ ਨੇ ਦਰਸਾਏ ਰਾਹ 'ਤੇ ਚੱਲ ਕੇ ਸਾਨੂੰ ਸਮਝ ਆਉਂਦੀ। ਫਿਰ ਇਹ ਹੁਕਮ 'ਚ ਸਮਾਉਂਦਾ ਵਾ। ਉਹੀ ਸੇਵਕ ਹੈ। ਆਪਾਂ ਸੁਖਮਨੀ ਸਾਹਿਬ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ। ਸੇਵਕ ਕੋ ਸੇਵਾ ਬਣਾਈ, ਹੁਕਮ ਬੂਝ ਪਰਮ ਪਦ ਪਾਈ। ਪਰਮ ਪਦ ਦੀ ਪ੍ਰਾਪਤੀ ਹੋ ਜਾਂਦੀ ਹੈ, ਜੀਵ ਆਤਮਾ ਮਾਇਆ ਪਾਰ ਕਰ ਜਾਂਦੀ ਹੈ। ਹੁਕਮ ਨੂੰ ਬੁੱਝਣ ਤਾਂ ਆਪਾਂ ਆਏ ਹਾਂ ਭਾਈ, ਉਹੀ ਤਾਂ ਗੁਰੂ ਹੈ। ਦਰਸ਼ਨ ਪਰਸੀਏ ਗੁਰੂ ਕੇ, ਜਨਮ ਮਰਨ ਦੁੱਖ ਜਾਏ। ਸਾਡਾ ਸੰਸਾਰ ਤੋਂ ਛੁਟਕਾਰਾ ਹੋ ਜਾਂਦਾ। ਫਿਰ ਇਹ ਤੀਜਾ ਪਦਾਰਥ ਜਿਹੜਾ ਹੈਗਾ, ਨਾਮ ਦੀ ਪ੍ਰਾਪਤੀ ਹੁੰਦੀ ਹੈ। ਚੌਥਾ ਜਨਮ ਹੁਕਮ 'ਚ ਆਤਮਾ ਸਮਾ ਜਾਂਦੀ ਹੈ, ਆਪਦੇ ਸੱਚਖੰਡ ਦਾ ਵਾਸੀ ਬਣ ਜਾਂਦਾ ਹੈ। ਇਹ ਚਾਰ ਪਦਾਰਥ ਆਪਾਂ ਲੈਣੇ ਹੈ, ਪਰ ਤਈਓ ਮਿਲਣਗੇ ਜੇ ਆਪਾਂ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਾਂਗੇ, ਬਾਣੀ ਨੂੰ ਸੱਤ ਕਰਕੇ ਮੰਨਾਂਗੇ। ਸਤਿਗੁਰ ਕੀ ਬਾਣੀ ਸੱਤ ਸੱਤ ਕਰ ਜਾਣੋ ਗੁਰ ਸਿੱਖੋ। ਅਸੀਂ ਤਾਂ ਸਤਿਗੁਰ ਵੀ ਬਾਹਰ ਬਣਾ ਲਿਆ। ਸਤਿਗੁਰ ਮੇਰਾ ਸਦਾ ਸਦਾ, ਉਹ ਆਏ ਨਾ ਜਾਏ। ਉਹ ਅਬਨਾਸੀ ਪੁਰਖ ਹੈ, ਸਭ ਮੇਰੇ ਹੱਥ ਸਮਾਈ। ਸਤਿਪੁਰਖ ਜਨਮ 'ਚ ਨਹੀਂ ਆਉਂਦਾ ਹੈ, ਉਹ ਜਨਮ ਤੋਂ ਪਰੇ ਹੈ। ਉਹੀ ਤਾਂ ਆਨੰਦ ਸਾਹਿਬ ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਸਹਿਜ ਤੋਂ ਭਾਵ ਸਹਿਜ ਨਾਲ ਜਦੋਂ ਮਨ ਟਿਕ ਗਿਆ, ਦੇਵਲੋਕ ਚਲਿਆ ਗਿਆ। ਉਹੀ ਤਾਂ ਦਰਸ਼ਨ ਹੈ ਸਤਿਗੁਰ ਦਾ। ਉਸ ਤੋਂ ਬਾਅਦ ਤਾਂ ਨਾਮ ਦੀ ਭਗਤੀ ਸ਼ੁਰੂ ਹੋਣੀ ਆ। ਆਓ ਆਪਾਂ ਬਚਨ ਲਈਏ ਪੰਚਮ ਪਾਤਸ਼ਾਹ ਦੇ। ਤੇਰਾ ਕੀਤਾ ਜਾਤੋ ਨਾਹੀਂ, ਮੈਨੂੰ ਜੋਗ ਕੀਤੋ। ਇਸ ਸ਼ਲੋਕ ਮਹਲਾ ਪੰਜਵਾਂ ਰਹਿ ਰਾਸ ਸਮਝਾਉਂਦੇ ਨੇ ਸਤਿਗੁਰ। ਤੇਰਾ ਕੀਤਾ ਜਾਤੋ ਨਾਹੀਂ, ਸਾਨੂੰ ਸੱਚ ਦੇ ਗਿਆਨ ਤੋਂ ਪਤਾ ਹੀ ਨਹੀਂ ਲੱਗਦਾ, ਅਸੀਂ ਹੁਕਮ ਦਾ ਵਿਰੋਧ ਕਰਦੇ ਰਹਿੰਦੇ ਹਾਂ। ਸੱਚ ਦੇ ਗਿਆਨ ਤੋਂ ਬਾਅਦ ਫਿਰ ਸਾਨੂੰ ਸਮਝ ਆਉਂਦੀ ਹੈ, ਫਿਰ ਜਿਹੜੀ ਮਨ ਬੁੱਧੀ ਨੇ ਹੁਕਮ ਦਾ ਵਿਰੋਧ ਛੱਡ ਜਾਂਦੇ ਨੇ। ਉਹੀ ਤਾਂ ਕਾਲ ਹੈ। ਜਿਵੇਂ ਆਪਾਂ ਇੱਕ ਟ੍ਰੇਨ 'ਚ ਬਹਿ ਜਾਂਦੇ ਹਾਂ ਪਲੇਟਫਾਰਮ 'ਤੇ, ਇਹ ਸਰੀਰ ਮਿਲਿਆ ਆਪਾਂ ਨੂੰ, ਪਲੇਟਫਾਰਮ ਹੈ, ਅਤੇ ਸਾਡਾ ਸਫ਼ਰ ਸ਼ੁਰੂ ਹੋ ਜਾਂਦਾ। ਜੇ ਉਹਨੂੰ ਅਸੀਂ ਟ੍ਰੇਨ ਦੇ ਅੱਗੇ ਖੜ੍ਹਦੇ ਹਾਂ, ਫਿਰ ਸਾਡੀ ਮੌਤ ਹੈ। ਇਹੀ ਹੁਕਮ ਦਾ ਵਿਰੋਧ ਕਰਨਾ ਹੀ ਤਾਂ ਸਾਡਾ ਕਾਲ ਹੈ, ਉਹੀ ਤਾਂ ਮੌਤ ਹੈ। ਉਹੀ ਸਤਿਗੁਰ ਸਮਝਾਉਂਦੇ ਨੇ, ਤੇਰਾ ਕੀਤਾ ਜਾਤੋ ਨਾਹੀਂ, ਮੈਨੂੰ ਜੋਗ ਕੀਤੋਈ। ਮੈਂ ਨਿਰਗੁਣਿਆਰੇ ਕੋ ਗੁਣ ਨਾਹੀਂ, ਆਪੇ ਤਰਸ ਪਿਓਈ। ਉਹਦੇ ਅੰਦਰ ਤਾਂ ਹਮੇਸ਼ਾ ਹੀ ਰਹਿਮ ਦੀ ਦ੍ਰਿਸ਼ਟੀ ਬਣੀ ਰਹਿੰਦੀ ਹੈ, ਤਾਈਂ ਤੁਹਾਨੂੰ ਰਹੀਮ ਕਿਹਾ ਵਾ। ਕਰੀਮ ਹੈ, ਕਰਮ ਕਰਦਾ ਸਾਰਿਆਂ 'ਤੇ। ਉਹ ਜਦੋਂ ਮਨ ਬੁੱਧੀ ਜਾਣ ਲੈਂਦੇ ਨੇ, ਫਿਰ ਉਹੀ ਬੇਨਤੀ ਕਰਦੇ ਉਹਦੇ ਅੱਗੇ, ਤੇਰਾ ਕੀਤਾ ਜਾਤੋ ਨਾਹੀਂ। ਸਤਿਗੁਰਾ ਮੈਂ ਜਾਣਿਆ ਹੀ ਨਹੀਂ, ਇਹ ਤੇਰੀ ਕਿਰਪਾ ਨਾਲ ਸਾਨੂੰ ਦੇਹੀ ਮਿਲੀ ਹੈ, ਇਹ ਤੇਰੀ ਕਿਰਪਾ ਨਾਲ ਸਾਡਾ ਜੀਵਨ ਚੱਲਦਾ। ਆਪਾਂ ਭਗਤ ਰਵਿਦਾਸ ਜੀ ਦਾ ਸ਼ਬਦ ਲੈ ਲੈਂਦੇ, ਜਿਨ ਜੀਓ ਪਿੰਡ ਦੀਆ ਰਿਜ਼ਕ ਬਰਾਵੇ, ਸਭ ਘੱਟ ਭੀਤਰ ਹਾਟ ਚਲਾਵੇ। ਉਹਦੀ ਕਿਰਪਾ ਨਾਲ ਤਾਂ ਸਾਡਾ ਹਾਟ ਚੱਲਦਾ ਵਾ। ਫਿਰ ਸਮਝ ਆ ਜਾਂਦੀ ਹੈ, ਫਿਰ ਮਨ ਜਿਹੜਾ ਹੈਗਾ ਵਿਰੋਧ ਛੱਡ ਜਾਂਦਾ ਹੈ, ਫਿਰ ਇੱਕ ਹੋ ਜਾਂਦੇ ਨੇ, ਆਤਮਾ ਪ੍ਰਾਤਮਾ ਦਰਸ਼ਨ ਕਰ ਲੈਂਦੀ ਹੈ। ਉਹੀ ਤਾਂ ਹਰਦੁਆਰ ਹੈ। ਗੁਣ ਸਾਡੇ 'ਚ ਕੋਈ ਨਹੀਂ ਹੈਗਾ। ਆਪਾਂ ਪਿੱਛੇ ਵਿਚਾਰ ਕੀਤੀ ਹੈ ਚਾਰ ਪਦਾਰਥਾਂ ਦੀ। ਇਹ ਗੁਣ ਪੈਦਾ ਹੋਣੇ ਨੇ, ਆਤਮਾ ਦੇ ਗੁਣ ਨੇ। ਇਹ ਆਤਮਾ ਦੇ ਚਰਨ ਨੇ, ਨਿਰਭਉ, ਨਿਰਵੈਰ। ਪਹਿਲਾਂ ਨਿਰਭਉ ਹੋਣਾ ਸੀ, ਭੈ ਤੋਂ ਰਹਿਤ ਹੋਣਾ, ਫਿਰ ਨਿਰਵੈਰ, ਸੰਸਾਰ ਤੋਂ ਬੈਰ ਵਿਰੋਧ ਸਾਡਾ ਖਤਮ ਹੋ ਜਾਣਾ। ਨਾਹੀਂ ਕੋ ਬੈਰੀ ਨਾਹੀਂ ਬਗਾਨਾ, ਸਗਲ ਸੰਗਮ ਕੋ ਬਣਾਈ। ਫਿਰ ਜਿਹੜੇ ਮਨ ਬੁੱਧੀ ਹੈ ਸੰਸਾਰ ਨੂੰ ਪ੍ਰੇਮ ਕਰਦੇ ਨੇ, ਫਿਰ ਭਾਣੇ 'ਚ ਰਹਿੰਦੇ ਨੇ। ਇਹ ਗੁਣਾਂ ਦੀ ਪ੍ਰਾਪਤੀ ਕਰਨੀ, ਸਭ ਤੋਂ ਪਹਿਲਾਂ ਸਾਨੂੰ ਗੁਣ ਪੈਦਾ ਹੋਣਾ ਨਿਰਭਉ। ਗੁਣ ਸਾਡੇ 'ਚ ਕੋਈ ਨਹੀਂ, ਭਗਤ ਅਸੀਂ ਫਿਰ ਵੀ ਹਾਂ। ਜਪਜੀ ਸਾਹਿਬ ਸਤਿਗੁਰਾਂ ਨੇ ਸਮਝਾਇਆ ਕਿ ਗੁਣਾਂ ਤੋਂ ਬਿਨਾਂ ਉਹਦੀ ਭਗਤੀ ਨਹੀਂ ਹੁੰਦੀ, ਉਹਦਾ ਜਸ ਨਹੀਂ ਕੀਤਾ ਜਾਂਦਾ। ਬਿਨ ਗੁਣ ਕੀਤੇ ਭਗਤ ਨਾ ਹੋਈ। ਗੁਣ ਕੋਈ ਨਹੀਂ, ਭਗਤ ਅਸੀਂ ਫਿਰ ਵੀ ਹਾਂ। ਨਹੀਂ ਭਾਈ, ਗੁਣਾਂ ਦੀ ਪ੍ਰਾਪਤੀ ਕਰਨੀ ਹੈ। ਨਿਰਭਉ ਤੋਂ ਬਾਅਦ ਫਿਰ ਨਿਰਵੈਰ ਹੋਣਾ, ਫਿਰ ਅਸੀਂ ਕਾਲ ਤੋਂ ਮੁਕਤ ਹੋਣਾ, ਫਿਰ ਅਜੂਨੀ ਸਰੀਰ 'ਚ ਰਹਿੰਦਿਆਂ ਹੀ ਉਹਦੇ ਆਪਾਂ ਦੇ ਘਰ ਪਹੁੰਚਣਾ ਹਰਦੁਆਰ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨ੍ਹਾਂ ਨੂੰ ਗਿਆਨ ਹੋ ਜਾਂਦਾ, ਗਿਆਨ ਹੀ ਫਿਰ ਧਿਆਨ। ਉਹ ਧਿਆਨ ਦੀ ਦੁਨੀਆ ਵਾ, ਇਹ ਕਾਲਪਨ ਦੁਨੀਆ ਹੈ। ਇਹ ਕਲਯੁਗ ਹੈ, ਕਲਪਨਕ ਯੁੱਗ ਹੈ। ਇਹ ਮ੍ਰਿਤ ਲੋਕ ਹੈ, ਉਹ ਹਮੇਸ਼ਾ ਰਹਿਣ ਵਾਲਾ ਵਾ। ਇਹ ਸਾਨੂੰ ਛੱਡਣਾ ਪੈਂਦਾ ਵਾ। ਉਹੀ ਸਤਿਗੁਰ ਸਮਝਾਉਂਦੇ ਨੇ ਪੰਚਮ ਪਾਤਸ਼ਾਹ, ਤਰਸ ਪਿਆ ਮਿਹਰਾਂ ਮਤ ਹੋਈ, ਸਤਿਗੁਰ ਸੱਜਣ ਮਿਲਿਆ। ਜਦੋਂ ਅਸੀਂ ਗੁਰ ਸ਼ਬਦ ਨੂੰ ਵਿਚਾਰਦੇ ਹਾਂ, 'ਚੋਂ ਗਿਆਨ ਪੈਦਾ ਹੁੰਦਾ ਹੈ, ਆਤਮਾ ਜਿਹੜੀ ਹੈਗੀ ਪ੍ਰਾਤਮਾ ਦਾ ਦਰਸ਼ਨ ਕਰ ਲੈਂਦੀ ਹੈ ਸਤਿਗੁਰ ਦਾ।
ਉਹੀ ਤਾਂ ਸਤਿਗੁਰ ਹੈ, ਉਹੀ ਤਾਂ ਸੱਜਣ ਹੈ ਸਾਡਾ, ਉਹਦੀ ਕਿਰਪਾ ਨਾਲ ਤਾਂ ਸਾਡਾ ਜੀਵਨ ਚੱਲਦਾ ਵਾ। ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ। ਪੰਜ ਪਾਤਸ਼ਾਹ ਸਮਝਾਉਂਦੇ ਨੇ ਜਦੋਂ ਸਤਿਗੁਰ ਦੀ ਪ੍ਰਾਪਤੀ ਹੁੰਦੀ ਹੈ ਫਿਰ ਉਦੋਂ ਬਾਅਦ ਨਾਮ ਦੀ ਪ੍ਰਾਪਤੀ ਸ਼ੁਰੂ ਹੁੰਦੀ ਹੈ। ਉਹੀ ਸਤਿਗੁਰ ਸਮਝਾਉਂਦੇ ਨੇ, ਨਾਨਕ ਨਾਮ ਮਿਲੇ ਤਾਂ ਜੀਵਾਂ। ਜਦ ਤੱਕ ਫਿਰ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ, ਹੁਕਮ 'ਚ ਆਤਮਾ ਮਨ ਬੁੱਧੀ ਸਮਾਉਂਦੇ ਨਹੀਂ ਇੱਕ ਹੋ ਕੇ, ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਹੁਕਮ ਨਾਲ ਫਿਰ ਇਹ ਜਿਉਂਦਾ ਹੋ ਜਾਂਦਾ ਹੈ। ਸ਼ਬਦ ਮਰੇ ਫਿਰ ਜੀਵੇ ਫੁਨ ਹੀ, ਬਹੁਰ ਨਾ ਮਰਨਾ ਹੋਈ। ਮਰਨ ਤੋਂ ਭਾਵ ਇੱਛਾ ਮਰ ਜਾਂਦੀ ਹੈ, ਮਰ ਕੇ ਫਿਰ ਇਹ ਜਿਉਂਦਾ ਹੋ ਜਾਂਦਾ, ਸੰਸਾਰ 'ਚ ਇਹਦਾ ਛੁਟਕਾਰਾ ਹੋ ਜਾਂਦਾ। ਉਹੀ ਸਤਿਗੁਰ ਸਮਝਾਉਂਦੇ ਨੇ, ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ। ਫਿਰ ਹਰਾ ਹੋ ਜਾਂਦਾ ਹੈ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੁੱਕੇ ਕਾਸ਼ਟ ਹਰਿਆ। ਰਹਿ ਰਾਚੀ ਬਚਨ ਨੇ ਸਤਿਗੁਰਾਂ ਦੇ। ਗੁਰ ਪ੍ਰਸਾਦ ਤੋਂ ਭਾਵ ਕਿਰਪਾ ਹੋ ਜਾਂਦੀ ਹੈ, ਸੱਚ ਦਾ ਗਿਆਨ ਗੁਰਦੇਵ ਦਾ ਮਿਲ ਜਾਂਦਾ ਹੈ। ਇਹ ਮਨ ਜਿਹੜਾ ਸੀਗਾ ਹਰਿਆ ਭਰਿਆ ਹੋ ਜਾਂਦਾ ਹੈ, ਹਰੀ ਨਾਲ ਜੁੜ ਕੇ ਹਰਿਆ ਭਰਿਆ ਹੋ ਜਾਂਦਾ ਹੈ। ਨਾਨਕ ਤਿਨਾ ਬਸੰਤ, ਉਹ ਸਦਾ ਹੀ ਬਸ ਜਾਂਦੇ ਨੇ, ਸਦਾ ਹੀ ਖਿੜੇ ਰਹਿੰਦੇ ਨੇ ਜੋ ਆਪਦੇ ਘਰ ਪਹੁੰਚ ਜਾਂਦੇ ਨੇ। ਉਹੀ ਸਤਿਗੁਰਾਂ ਨੇ ਸਮਝਾਇਆ ਆਪਾਂ ਨੂੰ। ਆਪਾਂ ਇਹ ਵਿਚਾਰਨੀ ਹੈ ਬਾਣੀ, ਇਹ 'ਚੋਂ ਗਿਆਨ ਪੈਦਾ ਹੋ, ਫਿਰ ਸਾਨੂੰ ਸਾਰੀ ਖੇਲ ਸਮਝ ਆਉਣੀ ਹੈ, ਫਿਰ ਹੀ ਮਨ ਨੇ ਟਿਕਣਾ। ਮਨ ਟਿਕੇ ਤੋਂ ਬਿਨਾਂ ਸਾਨੂੰ ਬਾਣੀ ਸਮਝ ਹੀ ਨਹੀਂ ਆਉਣੀ। ਜਿਹੜੇ ਅਸੀਂ ਅਰਥਾਉਂਦੇ ਹਾਂ ਆਪਦੀ ਮੱਤ ਨਾਲ ਅਰਥਾਉਂਦੇ ਹਾਂ ਉਹਨੂੰ। ਉਹੀ ਸਤਿਗੁਰਾਂ ਨੇ ਸਮਝਾਇਆ ਆਪਾਂ ਨੂੰ, ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀ ਤੋਈ। ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਿਆ। ਤਰਸ ਪਿਆ ਮਿਹਰ ਮਤ ਹੋਈ, ਮਿਹਰ ਹੋ ਜਾਂਦੀ ਹੈ, ਉਹਦੀ ਮੱਤ ਮਿਲ ਜਾਂਦੀ ਹੈ ਸਾਨੂੰ, ਸਤਿਗੁਰ ਦੀ ਪ੍ਰਾਪਤੀ ਹੋ ਜਾਂਦੀ ਹੈ। ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ। ਉਹੀ ਸਤਿਗੁਰ ਸਮਝਾਉਂਦੇ ਨੇ। ਆਪਾਂ ਕਿ ਇੱਕ ਪੰਜ ਪਾਤਸ਼ਾਹ ਦਾ ਹੀ ਲੈ ਲੈਂਦੇ ਹਾਂ, ਸ਼ਲੋਕ ਮਹੱਲਾ ਪੰਜਵਾਂ। ਅੰਤਰ ਗੁਰੂ ਅਰਾਧਨਾ ਜਿਹਵਾ ਜਪ ਗੁਰ ਨਾਮ। ਗੁਰੂ ਦੀ ਆਰਾਧਨਾ ਆਪਾਂ ਕਿਵੇਂ ਕਰਾਂਗੇ? ਸਾਨੂੰ ਤਾਂ ਗਿਆਨ ਹੀ ਨਹੀਂ ਹੈਗਾ। ਬਾਣੀ ਇੱਕ ਦਾ ਗਿਆਨ ਕਰਾਉਂਦੀ ਹੈ ਸਾਨੂੰ। ਇਹ ਜੀਵ ਇੱਕ ਹੁਣ ਆਇਆ, ਇੱਕ ਹੁਣ ਤਾਂ ਅਸੀਂ ਆਏ ਹਾਂ ਸੰਸਾਰ ਦੇ ਵਿੱਚ। ਇਹ ਜੁਗਮੇ ਏਕੇ ਕੋ ਆਇਆ, ਜਨਮਤ ਮੋਹਿਆ ਮੋਹਣੀ ਮਾਇਆ। ਮਾਇਆ ਨੇ ਮੋਹ ਲਿਆ, ਹੁਣ ਮਾਇਆ ਫਿਰ ਪਾਰ ਕਰਨੀ ਆਪਾਂ। ਗੁਰ ਸ਼ਬਦ ਦੇ ਗਿਆਨ ਨਾਲ ਪਾਰ ਕਰ ਜਾਣੀ ਆਪਾਂ। ਪਾਰ ਉਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਗੁਰ ਸ਼ਬਦ ਦੇ ਗਿਆਨ ਨੇ ਸਾਨੂੰ ਪਾਰ ਮਾਇਆ ਕਰਾ ਦੇਣੀ ਹੈ। ਪਰ ਗੁਰ ਸ਼ਬਦ ਦੇ ਗਿਆਨ ਤੋਂ ਬਿਨਾਂ ਅਸੀਂ ਕਿਵੇਂ ਜਾਵਾਂਗੇ? ਆਰਾਧਨਾ ਕਿਵੇਂ ਕਰਾਂਗੇ? ਉਹੀ ਸਤਿਗੁਰ ਸਮਝਾਉਂਦੇ ਨੇ। ਸ਼ਲੋਕ ਮਹੱਲਾ ਪੰਜਵਾਂ, ਪੰਚਮ ਪਾਤਸ਼ਾਹ। ਅੰਤਰ ਗੁਰੂ ਆਰਾਧਨਾ ਜਿਹਵਾ ਜਪ ਗੁਰ ਨਾਮ। ਜਿਹਵਾ ਤੋਂ ਭਾਵ ਬੁੱਧੀ ਦੇ ਰਾਹੀਂ ਸਮਝਣਾ, ਗੁਰ ਤੋਂ ਭਾਵ ਗਿਆਨ, ਉਹਦੇ ਨਾਮ ਬਾਰੇ। ਨੇਤਰੀ ਸਤਿਗੁਰ ਪੇਖਣਾ, ਸੁਰਣੀ ਸੁਣਨਾ ਗੁਰ ਨਾਮ। ਅੰਦਰਲੇ ਕੰਨਾਂ ਨਾਲ, ਧਿਆਨ ਦੇ ਕੰਨਾਂ ਨਾਲ ਉਹ ਸੁਣਿਆ ਜਾਂਦਾ ਵਾ। ਨੇਤਰੀ ਤੋਂ ਭਾਵ ਬੁੱਧੀ, ਬੁੱਧੀ ਨਾਲ ਦਰਸ਼ਨ ਹੁੰਦਾ। ਅੱਖਾਂ ਕੰਨਾਂ ਦਾ ਵਿਸ਼ਾ ਨਹੀਂ ਹੈਗਾ। ਆਨੰਦ ਸਾਹਿਬ ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ, ਅਗੰਮ ਅਗੋਚਰਾ ਤੇਰਾ ਅੰਤ ਨਾ ਪਾਇਆ। ਅਗੰਮ ਅਗੋਚਰ ਹੁੰਦਾ ਜਿਹੜਾ ਸਾਡੀ ਮਨ ਬੁੱਧੀ ਦੀ ਪਕੜ ਤੋਂ ਪਰਾ ਹੋਵੇ। ਉਹ ਤਾਂ ਮਾਇਆ ਤੋਂ ਪਾਰ, ਪਾਰ ਉਪਾਰ ਪ੍ਰੀਤਮ। ਫਿਰ ਇਹ ਅੱਖਾਂ ਨਾਲ ਕਿਵੇਂ ਦਰਸ਼ਨ ਹੋਊਗਾ? ਨੇਤਰੀ ਭਾਵ ਬੁੱਧੀ ਨਾਲ, ਦਿਵ ਦ੍ਰਿਸ਼ਟੀ ਨਾਲ। ਉਹੀ ਤਾਂ ਬਾਣੀ ਦਿੰਦੀ ਆ ਆਪਾਂ। ਬਾਣੀ ਹਰ ਦਰਸ਼ਨ ਹੈ। ਜਿਹੜੇ ਫਿਰ ਇਹ ਪ੍ਰਾਪਤੀ ਕਰ ਲੈਂਦੇ ਨੇ ਗੁਰਸਿੱਖ, ਸਤਿਗੁਰ ਸਮਝਾਉਂਦੇ ਨੇ, ਸਤਿਗੁਰ ਸੇਤੀ ਰਤਿਆਂ ਦਰਗੇ ਪਾਈਏ ਠਾ। ਉਹੀ ਤਾਂ ਦਰਗਾਹ ਹੈ ਭਾਈ। ਜਿਹੜੇ ਸੱਚ ਦੇ ਗਿਆਨ ਵਿੱਚ ਸਮਾ ਜਾਂਦੇ ਨੇ, ਉਹਨਾਂ ਨੂੰ ਦਰਗਾਹ ਦੇ ਵਿੱਚ ਜਗ੍ਹਾ ਮਿਲ ਜਾਂਦੀ ਹੈ। ਉਹੀ ਤਾਂ ਦੇਵ ਲੋਕ, ਉੱਥੋਂ ਹੀ ਤਾਂ ਫਿਰ ਨਾਮ ਦੀ ਭਗਤੀ ਸ਼ੁਰੂ ਹੋਣੀ ਜਦੋਂ ਇੱਕ ਹੋ ਜਾਂਦੇ ਨੇ। ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ। ਇਹ ਐਸਾ ਪਦਾਰਥ ਹੈ, ਵਤ ਹੈ, ਇਹ ਵਸਤੂ ਹੈ, ਇਹ ਆਪਾਂ ਪ੍ਰਾਪਤ ਕਰਨੀ ਹੈ। ਰਹਿ ਰਾਸ ਦੇ ਵਿੱਚ ਹੀ ਬਚਨ ਨੇ ਸਤਿਗੁਰਾਂ ਦੇ। ਜੇ ਕੋ ਖਾਵੇ, ਜੇ ਕੋ ਭੂਚੇ ਤਿਸਕਾ ਹੋਏ ਦਾਰੂ। ਖਾਵੇ ਤੋਂ ਭਾਵ ਮਨ ਬੁੱਧੀ ਨੇ ਤਤ ਗਿਆਨ ਦੀ ਪ੍ਰਾਪਤੀ ਕਰਨੀ ਹੈ। ਭੂਚੇ ਤੋਂ ਭਾਵ ਇਹਨੂੰ ਹਜਮ ਕਰਨਾ ਹੈ। ਪਹਿਲਾਂ ਆਪ ਪ੍ਰਾਪਤੀ ਕਰਨੀ ਹੈ। ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾ। ਪਹਿਲਾਂ ਆਪ ਧਿਆਨ ਲਾਉਣਾ ਹੈ। ਧਿਆਨ ਕਿਵੇਂ ਲੱਗੂ? ਪਹਿਲਾਂ ਗਿਆਨ ਹੋ, ਗਿਆਨ ਹੀ ਫਿਰ ਧਿਆਨ ਬਣ ਜਾਂਦਾ ਹੈ। ਧਿਆਨ ਤੋਂ ਬਾਅਦ ਫਿਰ ਆਰਾਧਨਾ ਸ਼ੁਰੂ ਹੁੰਦੀ ਹੈ। ਅੰਤਰ ਗੁਰੂ ਆਰਾਧਨਾ ਜਿਹਵਾ ਜਪ ਗੁਰ ਨਾਮ। ਜਿਹੜੇ ਆਰਾਧਨਾ ਕੌਣ ਕਰਦੇ ਨੇ? ਜਿਹੜੇ ਗੁਰਸਿੱਖ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਦੇ। ਉਹੀ ਸਤਿਗੁਰ ਸਮਝਾ ਰਹੇ ਨੇ, ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ। ਫਿਰ ਕਿਰਪਾ ਰਹਿਮਤ ਹੋ ਜਾਂਦੀ ਹੈ ਉਹਨਾਂ ਗੁਰਸਿੱਖਾਂ 'ਤੇ, ਅਤੇ ਉਹਨਾਂ ਨੂੰ ਇਹ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ। ਜਗ ਮੇ ਉੱਤਮ ਕਾਢੀਏ ਵਿਰਲੇ ਕਈ ਕੇ। ਵਿਰਲੀਆਂ ਆਤਮਾ ਹੁੰਦੀਆਂ ਨੇ ਜਿਹੜੇ ਬਾਣੀ ਨੂੰ ਸੱਤ ਕਰਕੇ ਮੰਨਦੇ ਨੇ, ਉਹਨਾਂ ਨੂੰ ਇਹ ਪ੍ਰਾਪਤੀ ਹੁੰਦੀ ਹੈ। ਜੇ ਸੱਤ ਕਰਕੇ ਬਾਣੀ ਨੂੰ ਮੰਨਾਂਗੇ, ਸਾਨੂੰ ਪ੍ਰਾਪਤੀ ਨਾ ਹੋਵੇ, ਕਦੇ ਵੀ ਨਹੀਂ ਹੋ ਸਕਦਾ। ਇਹ ਪ੍ਰਾਪਤੀ ਹੋਊਗੀ ਆਪਾਂ ਨੂੰ। ਜਗ ਮੇ ਉੱਤਮ ਕਾਢੀਏ ਵਿਰਲੇ ਕਈ ਕੇ। ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ ਅਨੇਕਾਂ ਉਪਦੇਸ਼ ਦੇ ਕੇ। ਅਸੀਂ ਕਿਉਂ ਨਹੀਂ ਜੁੜ ਪਾਉਂਦੇ ਗੁਰਬਾਣੀ ਨਾਲ? ਕਾਰਨ ਕੀ ਹੈ? ਚਿੰਤਾ ਰਹਿੰਦੀ ਹੈ ਸਾਨੂੰ, ਘਰਾਂ ਦੀ, ਸੰਸਾਰ ਦੀ, ਕੰਮਾਂ ਕਾਰਾਂ ਦੀ। ਬਾਣੀ ਵਿੱਚ ਉਪਦੇਸ਼ ਨੇ ਭਾਈ। ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾਂ ਜੁਗੰਤਰ ਖਾਈ ਖਾਏ। ਸਦੀਆਂ ਤੋਂ ਚੱਲਦਾ ਆਇਆ, ਉਹ ਦੇ ਰਿਹਾ ਸੀ। ਆ ਰਹੇ ਜੀਵ ਜਾ ਰਹੇ ਨੇ ਖਾ ਖਾ ਕੇ।
ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਏ, ਜਲਮੇ ਜਨ ਤੋਂ ਪਾਏ ਤਿੰਨਾ ਵੀ ਰੋਜੀ ਦੇ। ਇਹੀ ਤਾਂ ਉਪਦੇਸ਼ ਦਿੱਤਾ ਬਾਣੀ ਨੇ ਆਪਾਂ ਨੂੰ ਵੀ ਉਹਨਾਂ ਨੂੰ ਵੀ ਤਾਂ ਪਾਲਦਾ, ਆਪਾਂ ਨੂੰ ਵੀ ਦਊਗਾ। ਪਰ ਸਾਨੂੰ ਗਿਆਨ ਤੋਂ ਬਿਨਾਂ ਸਮਝ ਨਹੀਂ ਆਉਂਦੀ ਹੈਗੀ, ਗਿਆਨ ਤੋਂ ਬਿਨਾਂ ਮਨ ਨਹੀਂ ਟਿਕਦਾ। ਆਓ ਸਾਰੇ ਮਿਲ ਕੇ ਆਪਾਂ ਗੁਰਬਾਣੀ ਨੂੰ ਵਿਚਾਰਦੇ ਰਹੀਏ, ਸਾਡਾ ਸੰਸਾਰ 'ਤੇ ਆਉਣਾ ਸਫਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।